Hello friends, Sat Shri Akal. Welcome to Nakul Ki Pathshala. Here we are with our new initiative of covering the current affairs, basically targeting towards the Punjab exams. जिमें कि पंजाब एग्जाम्स ਦੇ ਵਿੱਚ वन ਲਾਈਨਰ ਕਰੰਟ ਅਫੇਅਰ ਬਹੁਤ ਜ਼ਿਆਦਾ ਪੁੱਛੇ ਜਾਂਦੇ ਆ, ਸੋ ਵੀ ਵਿਲ ਕਵਰ ਦੈਟ ਔਨ ਦ ਡੇਲੀ ਬੇਸਿਸ। ਇਹ ਕਲਾਸਿਸ ਅਸੀਂ ਕਿਵੇਂ ਪਲਾਨ ਕੀਤੀਆਂ ਕਿ ਅਸੀਂ ਮੰਡੇ ਟੂ ਫਰਾਈਡੇ ਵੀ ਵਿਲ ਅਪਲੋਡ ਆਰ ਵੀਡੀਓ ਬਾਈ 8 or 8:30 PM ਐਂਡ ਉਸ ਤੋਂ ਬਾਅਦ ਤੁਸੀਂ मतलब these are pre-recorded videos, so ਤੁਸੀਂ ਇਹ ਲਾਈਵ ਨਹੀਂ ਹੋਣਗੀਆਂ, pre-recorded ਹੋਣਗੀਆਂ। ਅਸੀਂ ਉਵੇਂ ਹੀ ਰਾਤ ਨੂੰ 8 ਜਾਂ 8:30 ਦੇ ਨੇੜੇ ਤੇੜੇ ਨੂੰ ਅਪਲੋਡ ਕਰਦਿਆ ਕਰਾਂਗੇ। ਡੇਲੀ ਦਾ ਕਰੰਟ ਅਫੇਅਰ ਕਵਰੇਜ ਹੋਊਗਾ ਮੰਡੇ ਟੂ ਫਰਾਈਡੇ, ਐਂਡ ਸੈਟਰਡੇ ਸੰਡੇ ਦਾ ਕਰੰਟ ਅਫੇਅਰ ਆਈ ਵਿਲ ਕਵਰ ਦੈਟ ਇਨ ਮੰਡੇਜ਼ ਵੀਡੀਓ। ਐਂਡ ਐਵਰੀ ਵੀਕ ਆਪਣਾ ਕੀ ਹੋਊਗਾ, ਇੱਕ ਕਰੰਟ ਅਫੇਅਰ ਟੈਸਟ ਰੱਖ ਲਿਆ ਕਰਾਂਗੇ, ਜਿਵੇਂ ਮੰਡੇ ਟੂ ਫਰਾਈਡੇ ਜੋ ਕਰੰਟ ਅਫੇਅਰ ਕਵਰ ਹੋਇਆ ਉਹਦੇ ਬੇਸਿਸ ਤੇ ਇੱਕ MCQ ਟੈਸਟ ਵਿਲ ਬੀ ਅਪਲੋਡਡ ਔਨ ਨਕੁਲ ਸਰ ਟੈਲੀਗ੍ਰਾਮ ਚੈਨਲ। ਤੁਸੀਂ ਉੱਥੋਂ ਉਹ ਉੱਤੇ ਪ੍ਰੈਕਟਿਸ ਕਰ ਸਕਦੇ ਹੋ। the process with which I will deal ਉਹ ਇਹ ਹੋਊਗਾ ਕਿ ਮੈਂ ਸਿਰਫ ਨਿਊਜ਼ ਦੀ ਹੈਡਿੰਗ ਲੈ ਰਹੀ ਹਾਂ, ਉਹਦੇ ਨਾਲ ਰਿਲੇਟਡ ਅਗਰ ਮੈਨੂੰ ਕੋਈ ਕੰਸੈਪਟ ਲੱਗਦਾ ਹੈ ਕਿ ਦਿਸ ਇਜ਼ ਇੰਪੋਰਟੈਂਟ ਫॉर द ਸਟੈਟਿਕ ਪੋਰਸ਼ਨ ਆਲਸੋ, ਸੋ ਮੈਂ ਉਹ ਕੰਸੈਪਟ ਵੀ ਸਮਝਾਉਂਗੀ। ਉਹਦੇ ਨਾਲ ਤੁਹਾਡਾ ਕੀ ਹੈ, ਥੋੜ੍ਹਾ ਬਹੁਤ GK ਪੋਰਸ਼ਨ ਵੀ ਕਵਰ ਐਂਡ ਰਿਵਾਈਜ਼ ਹੁੰਦਾ ਰਹੂਗਾ, ਪਲੱਸ ਜਿਹੜੇ ਮੈਨੂੰ ਉਹੀ ਵਨ ਲਾਈਨਰਸ ਮਿਲਦੇ ਰਹਿਣਗੇ ਉਹ ਵੀ ਆਈ ਵਿਲ ਕਵਰ ਦੈਟ। ਡੇਲੀ ਦੀ 10 ਮਿੰਟਸ ਦੀ ਹਾਰਡਲੀ ਇੱਕ ਵੀਡੀਓ ਹੋਇਆ ਕਰੂਗੀ, ਈਜ਼ੀ ਫॉर ਯੂ ਪੀਪਲ ਆਲਸੋ ਕਿ ਤੁਸੀਂ 10 ਮਿੰਟ ਲਾ ਕੇ ਸੁਣਨਾ ਤੇ ਇਹਨੂੰ ਰਿਵਾਈਜ਼ ਕਰਨਾ। ਸੋ ਅੱਜ ਆਪਾਂ 11th October ਦਾ ਸਟਾਰਟ ਕਰਦੇ ਹਾਂ। Our first news is related to Indian Space Association. ਇਹ recently ਨਹੀਂ, ਅੱਜ ਸਵੇਰੇ ਪ੍ਰਾਈਮ ਮਿਨਿਸਟਰ ਮੋਦੀ ਨੇ ਇਹਦਾ ਇਨੋਗ੍ਰੇਸ਼ਨ ਕੀਤਾ। ਇਹਦੀ ਜਿਹੜੀ ਟਾਈਟਲ ਲਾਈਨ ਸੀ ਉਹ ਸੀ ਭੂਮੰਡਲ ਸੇ ਬ੍ਰਹਿਮੰਡ ਤੱਕ। ਜਿਵੇਂ ਕਿ ਹੁਣ ਆਪਾਂ ਐਕਸਾਈਜ਼ ਦੇ ਪੇਪਰ 'ਚ ਵੀ ਆਪਾਂ ਨੂੰ ਇੱਕ ਟਾਈਟਲ ਲਾਈਨ ਆਈ ਸੀ ਸ਼ਿਖਰ ਟੂ ਸਮਥਿੰਗ ਰਿਲੇਟਡ ਟੂ ਵਾਟਰ ਕੰਜ਼ਰਵੇਸ਼ਨ, ਹੈ ਨਾ, ਉਵੇਂ ਇਹ ਵੀ ਇੱਕ ਟਾਈਟਲ ਲਾਈਨ ਹੈ ਭੂਮੰਡਲ ਸੇ ਬ੍ਰਹਿਮੰਡ ਤੱਕ। ਇਟ ਇਜ਼ ਰਿਲੇਟਡ ਟੂ ਦ ਸਪੇਸ ਐਂਡ ਇੰਡੀਅਨ ਸਪੇਸ ਐਸੋਸੀਏਸ਼ਨ। ਇਹ ਹੈ ਕਿ ਇੰਡੀਅਨ ਸਪੇਸ ਐਸੋਸੀਏਸ਼ਨ ਇੱਕ ਤਰ੍ਹਾਂ ਤੋਂ ਪਲੈਟਫਾਰਮ ਦੀ ਤਰ੍ਹਾਂ ਐਕਟ ਕਰੂਗਾ, ਜਿਹਦੇ ਤੇ ਸਾਰੇ ਸਟੇਕ ਹੋਲਡਰਸ ਜੋ ਵੀ ਇੰਡੀਅਨ ਸਪੇਸ ਡੋਮੇਨ ਦੇ ਵਿੱਚ ਹੈਗੇ ਆ ਉਹ ਇਕੱਠੇ ਬਹਿ ਕੇ ਕਿਸੇ ਚੀਜ਼ 'ਤੇ ਡਿਸਕਸ਼ਨ ਕਰ ਸਕਦੇ ਆ, ਡੀਲ ਕਰ ਸਕਦੇ ਆ। ਅਤੇ ਗੌਰਮੈਂਟ ਏਜੰਸੀਜ਼ ਵੀ ਇੱਥੇ ਮਤਲਬ ਇੱਕ ਓਵਰਆਲ ਪਲੈਟਫਾਰਮ ਮਿਲਿਆ ਜਿਹਦੇ 'ਤੇ ਹਰ ਬੰਦਾ ਜੋ ਕਿ ਸਪੇਸ ਦੇ ਵਿੱਚ ਡੀਲ ਕਰਨਾ ਚਾਹੁੰਦਾ, ਕੋਈ ਕੰਪਨੀ, ਕੋਈ ਫੋਰਨ ਪਲੇਅਰ ਹੈ ਜਾਂ ਇੰਡੀਅਨ ਪਲੇਅਰ ਹੈ ਜਾਂ ਗੌਰਮੈਂਟ ਹੈ, ਕੁਛ ਵੀ ਹੈ, ਉਹ ਇੱਥੇ ਆ ਕੇ ਇੰਗੇਜ ਕਰ ਸਕਦੇ ਨੇ। ਪਲੱਸ ਇਹ ਆਪਣੇ ਵੱਲੋਂ ਪੋਲਿਸੀਜ਼ ਬਣਾ ਕੇ ਵੀ ਦੇਣਗੇ ਜਿਹਦੇ ਨਾਲ ਜਿਹੜਾ ਇੰਡੀਆ ਹੈ ਉਹ ਸਪੇਸ ਸੈਕਟਰ ਦੇ ਵਿੱਚ ਗਰੋ ਕਰ ਸਕੂਗਾ। ਇਹਦੇ ਫਸਟ ਚੇਅਰਮੈਨ ਆਪਣੇ ਬਣੇ ਆ ਸ਼੍ਰੀ ਜਯੰਤ ਪਾਟਿਲ। ਮੂਵਿੰਗ ਟੂ ਦ ਨੈਕਸਟ ਨਿਊਜ਼, ਇੱਕ ਬੇਸਿਕ ਨਿਊਜ਼ ਸੀਗੀ ਉਹਦੇ ਵਿੱਚ ਕਿ ਜਿਹੜੇ ਈਸਟਰਨ ਸਟੇਟਸ ਨੇ ਆਪਣੀਆਂ ਉਹ ਜ਼ਿਆਦਾ ਨਹੀਂ ਫਾਰਮ ਲਾਜ਼ ਦੇ ਅਗੇਂਸਟ ਨਹੀਂ ਖੜੀ ਹੋ ਰਹੀਆਂ, ਉਹਦੇ ਕੁਛ ਡਿਸਕਸ਼ਨ ਚੱਲ ਰਿਹਾ ਸੀ। ਸੋ ਉਹਦੇ ਵਿੱਚ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਦੀ ਕੋਈ ਗੱਲ ਹੋ ਰਹੀ ਸੀ। ਸੋ ਆਈ ਥਿੰਕ ਇਹ ਇੰਪੋਰਟੈਂਟ ਵੀ ਹੈ ਆਪਣੇ ਲਈ ਟੌਪਿਕ। ਪਬਲਿਕ ਡਿਸਟਰੀਬਿਊਸ਼ਨ ਸਿਸਟਮ ਕੀ ਹੈ, ਆਪਣਾ ਜਿਹੜਾ ਰਾਸ਼ਨ ਹੈ ਐਟ ਲੋਅਰ ਪ੍ਰਾਈਸ PDS ਸ਼ੋਪਸ ਜਿਹੜੀ ਹੁੰਦੀਆਂ ਨੇ ਰਾਸ਼ਨ ਸ਼ੋਪਸ, ਉੱਥੋਂ ਜਿਹੜਾ ਡਿਸਟਰੀਬਿਊਟ ਕੀਤਾ ਜਾਂਦਾ ਟੂ ਦ BPL ਫੈਮਿਲੀਜ਼, ਬਿਲੋ ਪੋਵਰਟੀ ਲਾਈਨ ਫੈਮਿਲੀਜ਼ ਨੂੰ ਦਿੱਤਾ ਜਾਂਦਾ। ਸੋ ਉਹ ਲੋਕਾਂ ਲਈ ਇਹ ਸ਼ੋਪਸ ਨੇ। ਇਹਦੀ ਜਿਹੜੀ ਮੈਨੇਜਮੈਂਟ ਹੈ ਉਹ ਸੈਂਟਰਲ ਗੌਰਮੈਂਟ ਐਂਡ ਸਟੇਟ ਗੌਰਮੈਂਟ ਮਿਲ ਕੇ ਕਰਦੀਆਂ ਨੇ। ਇਹਨਾਂ ਦੇ ਜਿਹੜੇ ਰੋਲਸ ਆ ਉਹ ਡਿਵਾਈਡਡ ਹੈ। ਜਿਵੇਂ ਸੈਂਟਰਲ ਗੌਰਮੈਂਟ ਪਹਿਲਾਂ ਕੀ ਕਰਦੀ ਹੈ, FCI ਦੇ ਥਰੂ ਅਨਾਜ ਮੰਡੀ ਤੋਂ ਜਿਵੇਂ ਇਹ MSP ਤੇ ਫਾਰਮਰਸ ਤੋਂ ਪ੍ਰੋਕਿਓਰ ਕਰਦੇ ਨੇ, ਉੱਥੋਂ ਪ੍ਰੋਕਿਓਰਮੈਂਟ ਕਰਕੇ ਫਿਰ ਉਹਨੂੰ ਸਟੋਰ ਕੀਤਾ ਜਾਂਦਾ ਹੈ। ਕਿਹੜੀ ਸਟੇਟ ਗੌਰਮੈਂਟ ਨੂੰ ਕਿੰਨਾ ਫੂਡ ਗ੍ਰੇਨ ਦੇਣਾ, ਕਿੰਨੀ ਕੁ ਉਹਨਾਂ ਨੂੰ ਲੋੜ ਹੈ, ਉਹ ਸੈਂਟਰਲ ਗੌਰਮੈਂਟ ਦਾ ਕੰਮ ਹੈ। ਅਤੇ ਸਟੇਟ ਦੇ ਗੋਦਾਮਾਂ ਤੱਕ ਪਹੁੰਚਾਉਣਾ, ਟਰਾਂਸਪੋਰਟ ਕਰਨਾ, ਉਹ ਵੀ ਸੈਂਟਰਲ ਗੌਰਮੈਂਟ ਦਾ ਕੰਮ ਹੈ। ਉਹ ਤੋਂ ਬਾਅਦ ਸਟੇਟ ਗੌਰਮੈਂਟ ਦਾ ਕੀ ਕੰਮ ਹੈ ਕਿ ਉਹ ਐਲੀਜੀਬਲ ਫੈਮਿਲੀਜ਼ ਦੇਖਣਗੇ ਕਿ ਕਿਹਨਾਂ ਨੂੰ ਲੋੜ ਹੈ ਕਿ ਇਹ ਸਸਤੇ ਦਾਮਾਂ ਦੇ ਵਿੱਚ ਇਹਨਾਂ ਨੂੰ ਰਾਸ਼ਨ ਪਾਣੀ ਦਿੱਤਾ ਜਾਵੇ। ਉਹ ਆਈਡੈਂਟੀਫਾਈ ਕਰਦੇ ਹੈ, ਰਾਸ਼ਨ ਕਾਰਡ ਇਸ਼ੂ ਕਰਦੇ ਹੈ, ਸੁਪਰਵਾਈਜ਼ ਕਰਦੇ ਹੈ ਫੇਅਰ ਪ੍ਰਾਈਸ ਸ਼ੋਪਸ ਨੂੰ। ਉਹ ਸਾਰਾ ਕੰਮ ਆਪਣਾ ਜਿਹੜਾ ਵੀ ਇਹ ਤੋਂ ਬਾਅਦ ਵਾਲਾ ਕੰਮ ਰਹਿ ਗਿਆ ਸਟੇਟ ਗੌਰਮੈਂਟ ਦਾ। PDS ਦੇ ਅੰਡਰ, ਪਬਲਿਕ ਡਿਸਟਰੀਬਿਊਸ਼ਨ ਸਿਸਟਮ ਦੇ ਅੰਡਰ 4 ਕੋਮੋਡਿਟੀਜ਼ ਹੈ ਜੋ ਕਵਰ ਹੁੰਦੀਆਂ ਨੇ, ਵੀਟ, ਰਾਈਸ, ਸ਼ੂਗਰ ਐਂਡ ਕੈਰੋਸਿਨ। ਇਹ ਤੋਂ ਇਲਾਵਾ ਜੋ ਵੀ ਮਿਲਦਾ ਉਹ ਸਟੇਟ ਗੌਰਮੈਂਟ ਆਪਣੇ ਵੱਲੋਂ ਪਾਉਂਦੀ ਹੈ, ਬਟ ਸੈਂਟਰ ਦੇ ਥਰੂ ਵੀਟ, ਰਾਈਸ, ਸ਼ੂਗਰ ਐਂਡ ਕੈਰੋਸਿਨ ਇਹ ਚਾਰੋਂ ਚੀਜ਼ਾਂ ਤਾਂ ਕਵਰ ਹੋਣੀਆਂ ਹੀ ਹੋਣੀਆਂ ਨੇ। ਮੂਵਿੰਗ ਟੂ ਦ ਨੈਕਸਟ ਵਨ, ਇੱਕ ਬੁੱਕ ਲਾਂਚ ਹੋਈ ਹੈ ਮਾਈ ਲਾਈਫ ਇਨ ਫੁੱਲ। ਕਿਹਨੇ ਕੀਤੀ ਹੈ, ਇੰਦਰਾ ਨੂਈ ਨੇ। ਇਹਨਾਂ ਦੀ ਬੁੱਕ ਹੈ। ਇੰਦਰਾ ਨੂਈ ਕੌਣ ਨੇ, ਇਹ ਫਾਰਮਰ CEO ਰਹੇ ਨੇ ਪੈਪਸੀ ਕੰਪਨੀ ਦੇ, ਕਾਫੀ ਲੌਂਗ ਟੈਨਿਓਰ ਰਿਹਾ ਇਹਨਾਂ ਦਾ ਉੱਥੇ। ਤਾਂ ਇਹਨਾਂ ਨੇ ਆਪਣਾ ਬਿਜ਼ਨਸ ਜੋ ਵੀ ਇਹਨਾਂ ਦੀ ਲਾਈਫ ਰਹੀ ਹੈ, ਪਰਸਨਲ ਲਾਈਫ ਹੈ, ਜੋ ਬਿਜ਼ਨਸ ਲਾਈਫ ਹੈ, ਜੋ ਵੀ ਇਹਨਾਂ ਦੇ ਐਕਸਪੀਰੀਅੰਸ ਹੈ, ਇਹਨਾਂ ਨੇ ਸਾਰੇ ਇਹਦੇ ਵਿੱਚ ਕਵਰ ਕੀਤਾ ਹੈ। ਦਿਸ ਇਜ਼ ਮੋਰ ਆਫ ਐਨ ਇਕਨੋਮਿਕ ਬੁੱਕ, ਇਹ ਕੋਈ ਫੈਮਿਨਿਸਟ ਬੁੱਕ ਨਹੀਂ ਹੈ। ਸੋ ਇਹਨਾਂ ਨੇ ਜ਼ਿਆਦਾ ਆਪਣੀ ਇਕਨੋਮਿਕ ਲਾਈਫ ਦੇ ਉੱਤੇ ਇਸ ਬੁੱਕ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ।
ਮੂਵਿੰਗ ਟੂ ਦ ਨੈਕਸਟ ਨਿਊਜ਼, ਕੁਆਡ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹਿੰਦਾ ਹੈ। ਇਹਦੀ ਫੁੱਲ ਫਾਰਮ ਪਹਿਲਾਂ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਕੁਆਡਰੀਲੇਟਰਲ ਸਿਕਿਉਰਿਟੀ ਡਾਇਲੋਗ ਗਰੁੱਪ। ਇਹ ਜਿਹੜਾ ਗਰੁੱਪ ਹੈ ਕਿਹੜੀ 4 ਕੰਟਰੀਜ਼ ਦਾ ਹੈ? ਆਸਟ੍ਰੇਲੀਆ, ਇੰਡੀਆ, USA ਐਂਡ ਜਾਪਾਨ। ਇਹ ਕੋਈ ਨਵਾਂ ਇਨੀਸ਼ੀਏਟਿਵ ਨਹੀਂ ਹੈਗਾ। 2017 ਦੇ ਵਿੱਚ ਇੰਡੀਅਨ ਓਸ਼ਨ ਦੇ ਵਿੱਚ ਇੱਕ ਸੁਨਾਮੀ ਆਈ ਸੀ, ਉਹ ਤੋਂ ਬਾਅਦ ਇਹ 4 ਕੰਟਰੀਜ਼ ਨੇ ਗਰੁੱਪਿੰਗ ਉਸ ਟਾਈਮ ਵੀ ਬਣਾਈ ਸੀ, ਮਤਲਬ ਜਾਪਾਨ ਨੇ ਲੀਡ ਕੀਤਾ ਸੀ। ਉਸ ਟਾਈਮ ਵੀ ਇੱਕ ਇਨਫੋਰਮਲ ਗਰੁੱਪਿੰਗ ਬਣੀ ਸੀ, ਜੋ ਵੀ ਉਸ ਟਾਈਮ ਡਿਜ਼ਾਸਟਰ ਰਿਲੀਫ ਮੈਜਰ ਇਕੱਠੇ ਬੈਠ ਕੇ ਇਹਨਾਂ ਨੇ ਡਿਸਕਸ ਕੀਤੇ ਸੀ ਤੇ ਕਿਵੇਂ ਕਿਵੇਂ ਲੈਣੇ ਚਾਹੀਦੇ। ਉਸ ਤੋਂ ਬਾਅਦ ਇਹ ਡਿਸਕੰਟੀਨਿਊ ਹੋ ਗਿਆ ਸੀ। 2017 ਦੇ ਵਿੱਚ ਇਹਨੂੰ ਦੁਬਾਰਾ ਰੀਵਾਈਵ ਕੀਤਾ ਗਿਆ। ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹੜੀ 4 ਕੰਟਰੀਜ਼ ਦੇ ਨਾਲ ਇਹ ਕੁਆਡ ਗਰੁੱਪ ਬਣਦਾ, ਆਸਟ੍ਰੇਲੀਆ, ਇੰਡੀਆ, USA ਐਂਡ ਜਾਪਾਨ। ਨੈਕਸਟ ਕਾਲਾ ਪਾਣੀ ਨਿਊਜ਼ ਦੇ ਵਿੱਚ ਸੀਗਾ। ਕਾਲਾ ਪਾਣੀ ਕੀ ਹੈ? ਦਿਸ ਇਜ਼ ਅ ਡਿਸਪਿਊਟਡ ਟੈਰੀਟਰੀ ਬਿਟਵੀਨ ਇੰਡੀਆ ਐਂਡ ਨੇਪਾਲ। ਇਹ ਪੁੱਛ ਸਕਦੇ ਹਾਂ ਕਿ ਇਹ ਡਿਸਪਿਊਟਡ ਟੈਰੀਟਰੀ ਕਿਹੜੀ 2 ਕੰਟਰੀਜ਼ ਦੇ ਵਿੱਚ ਹੈ? ਇਟ ਇਜ਼ ਅ ਡਿਸਪਿਊਟਡ ਟੈਰੀਟਰੀ ਬਿਟਵੀਨ ਇੰਡੀਆ ਐਂਡ ਨੇਪਾਲ। ਐਂਡ ਇੰਡੀਆ ਦੇ ਵਿੱਚ ਕਿੱਥੇ ਲੋਕੇਟਡ ਹੈ? ਉੱਤਰਾਖੰਡ ਦੇ ਵਿੱਚ। ਮੂਵਿੰਗ ਟੂ ਦ ਨੈਕਸਟ ਵਨ, ਅੱਜ ਕੱਲ੍ਹ ਸਪੁਟਨਿਕ ਲਾਈਟ ਵੈਕਸੀਨ ਵੀ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਹੈ। ਸਪੁਟਨਿਕ 5 ਐਂਡ ਸਪੁਟਨਿਕ ਲਾਈਟ ਦੋਨੋਂ ਰਸ਼ੀਅਨ ਡੋਜ਼ਿਸ ਹੀ ਹੈ, ਬਟ ਇਹਨਾਂ 'ਚ ਡਿਫਰੈਂਸ ਕੀ ਹੈ? ਸਪੁਟਨਿਕ 5 ਦੀ ਡਬਲ ਡੋਜ਼ ਲੱਗਦੀ ਹੁੰਦੀ ਸੀ, ਸਪੁਟਨਿਕ ਲਾਈਟ ਦੇ ਵਿੱਚ ਹੁਣ ਸਿਰਫ ਆਪਾਂ ਨੂੰ ਸਿੰਗਲ ਡੋਜ਼ ਦੀ ਹੀ ਲੋੜ ਪੈਂਦੀ ਹੈ। ਨੈਕਸਟ, ਕੱਲ 10th of October ਸੀ, ਸੋ ਵਰਲਡ ਮੈਂਟਲ ਹੈਲਥ ਡੇ ਮਨਾਇਆ ਗਿਆ। ਇਸ ਵਾਰ ਦਾ ਥੀਮ ਕੀ ਸੀਗਾ? ਮੈਂਟਲ ਹੈਲਥ ਕੇਅਰ ਫॉर ਆਲ, ਲੈਟਸ ਮੇਕ ਇਟ ਅ ਰਿਐਲਿਟੀ। ਸੋ ਕਈ ਵਾਰ ਪੁੱਛ ਲੈਂਦੇ ਆ ਕਿ ਥੀਮ ਕੀ ਹੈ, ਸੋ ਇਸ ਵਾਰ ਦਾ ਤੁਹਾਨੂੰ ਥੀਮ ਯਾਦ ਹੋਣਾ ਚਾਹੀਦਾ ਹੈ। ਪਲੱਸ ਵਰਲਡ ਮੈਂਟਲ ਹੈਲਥ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? 10th of October ਨੂੰ। ਇਹ ਜਿਹੜੇ ਡੇਜ਼ ਹੁੰਦੇ ਇਹਨਾਂ ਨੂੰ ਐਜ਼ ਅ ਅਵੇਅਰਨੈਸ ਡੇਜ਼ ਮਨਾਇਆ ਜਾਂਦਾ, ਤਦ ਤੋਂ ਕੈਂਪੇਨਿੰਗ ਸਟਾਰਟ ਹੋ ਜਾਂਦੀ ਹੈ ਹੁਣ, ਜੋ ਮੈਂਟਲ ਹੈਲਥ ਦੇ ਰਿਗਾਰਡਿੰਗ ਕੈਂਪੇਨਿੰਗ ਸਟਾਰਟ ਕੀਤੀ ਹੋਈ ਹੈ ਜਿਵੇਂ ਇਹਨਾਂ ਨੇ। 9th of October ਨੂੰ ਵਰਲਡ ਪੋਸਟ ਡੇ ਮਨਾਇਆ ਗਿਆ ਸੀਗਾ। ਉਹਦਾ ਥੀਮ ਸੀਗਾ ਇਨੋਵੇਟ ਟੂ ਰਿਕਵਰ। 9th of October ਨੂੰ ਤਾਂ ਵਰਲਡ ਲੈਵਲ ਤੇ ਵਰਲਡ ਪੋਸਟ ਡੇ ਸੀਗਾ, ਬਟ ਅਗਰ ਆਪਾਂ ਨੈਸ਼ਨਲ ਪੋਸਟਲ ਡੇ ਦੀ ਗੱਲ ਕਰੀਏ ਉਹ 10th of October ਨੂੰ ਹੀ ਮਨਾਇਆ ਜਾਂਦਾ ਹੈ, ਕੋਇਨਸਾਈਡਿੰਗ ਵਿਦ ਦ ਵਰਲਡ ਮੈਂਟਲ ਹੈਲਥ ਡੇ। ਹੁਣ ਆਪਾਂ ਵਰਲਡ ਪੋਸਟ ਡੇ ਦੇ ਕੁਝ ਫੈਕਟਸ ਦੀ ਗੱਲ ਕਰੀਏ, ਪੋਸਟ ਬਾਰੇ ਕੁਝ ਦੇਖੀਏ ਤਾਂ ਪੈਨੀ ਬਲੈਕ ਇਹ ਵਰਲਡ ਦੀ ਫਰਸਟ ਅਡਹੈਸਿਵ ਪੋਸਟੇਜ ਸਟੈਂਪ ਸੀਗੀ, ਜੋ ਕਿ ਪਬਲਿਕ ਪੋਸਟਲ ਸਿਸਟਮ ਦੇ ਵਿੱਚ ਬ੍ਰਿਟੇਨ ਦੇ ਵਿੱਚ ਯੂਜ਼ ਕੀਤੀ ਗਈ ਸੀ, ਪੈਨੀ ਬਲੈਕ। 9th October ਹੀ ਕਿਉਂ ਚੂਜ਼ ਕੀਤਾ ਗਿਆ? ਕਿਉਂਕਿ ਇੱਕ ਯੂਨੀਵਰਸਲ ਪੋਸਟਲ ਯੂਨੀਅਨ, ਜਿਵੇਂ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਨਾ WHO ਵਗੈਰਾ ਵਗੈਰਾ, ਉਵੇਂ ਇੱਕ ਯੂਨੀਵਰਸਲ ਪੋਸਟਲ ਯੂਨੀਅਨ ਆਰਗੇਨਾਈਜੇਸ਼ਨ ਹੈ। ਇਹ 9th of October ਨੂੰ ਇਹਦੀ ਐਨੀਵਰਸਰੀ ਹੁੰਦੀ ਹੈ, ਇਸ ਕਰਕੇ 9th of October ਨੂੰ ਹੀ ਵਰਲਡ ਪੋਸਟ ਡੇ ਮਨਾਇਆ ਜਾਂਦਾ ਹੈ। ਇਹਦਾ ਹੈੱਡਕੁਆਰਟਰ ਕਿੱਥੇ ਹੈ ਯੂਨੀਵਰਸਲ ਪੋਸਟਲ ਯੂਨੀਅਨ ਦਾ? ਬਰਨ, ਸਵਿਟਜ਼ਰਲੈਂਡ। ਨੈਕਸਟ, ਅਬਦੁਲ ਕਦੀਰ ਖਾਨ, ਇਹਨਾਂ ਦਾ ਦੇਹਾਂਤ ਹੋ ਗਿਆ ਕੱਲ। ਇਹ ਕੌਣ ਸੀਗੇ? ਫਾਦਰ ਆਫ ਪਾਕਿਸਤਾਨਸ ਨਿਊਕਲੀਅਰ ਬੰਬ। ਪੁੱਛਣਗੇ ਤਾਂ ਨਹੀਂ, ਬਟ ਇਨ ਕੇਸ ਅਗਰ ਇਹ ਕੁਐਸਚਨ ਆ ਜਾਂਦਾ ਹੈ ਕਿ ਫਾਦਰ ਆਫ ਪਾਕਿਸਤਾਨ ਨਿਊਕਲੀਅਰ ਬੰਬ ਕੌਣ ਸੀਗੇ? ਅਬਦੁਲ ਕਦੀਰ ਖਾਨ। ਦੂਨ ਡਰੋਨ ਮੇਲਾ ਇਹ ਹੁਣੀ ਲਾਂਚ ਹੋਇਆ, ਇਨੋਗਰੇਟ ਕੀਤਾ ਗਿਆ ਹੈ ਕਿੱਥੇ? ਉੱਤਰਾਖੰਡ, ਦੇਹਰਾਦੂਨ ਦੇ ਵਿੱਚ। ਡਰੋਨਸ ਦੇ ਰਿਲੇਟਡ ਕਿਹੜੀ ਟੈਕਨੋਲੋਜੀ ਦਾ ਉਹਦਾ ਉੱਥੇ ਪ੍ਰਦਰਸ਼ਨ ਕੀਤਾ ਜਾਊਗਾ। ਸੋ ਜੂਨ ਡਰੋਨ ਮੇਲਾ ਕਿੱਥੇ ਲੱਗਿਆ? ਉੱਤਰਾਖੰਡ, ਦੇਹਰਾਦੂਨ ਦੇ ਵਿੱਚ। ਟਾਟਾ 에ਅਰ ਡੀਲ ਕੰਕਲੂਡ ਹੋ ਚੁੱਕੀ ਹੈ। 18,000 ਕਰੋੜ ਦੀ ਇਹਦੀ ਬਿਡਿੰਗ ਗਈ ਹੈ। ਸੋ ਟਾਟਾ ਨੇ ਹੀ 에ਅਰਲਾਈਨ ਇਹ ਖਰੀਦ ਲਈ ਆਪਣੀ। ਇਹ ਤੋਂ ਬਾਅਦ ਹੁਣ ਟਾਟਾ ਦੇ ਕੋਲ 3 에ਅਰਲਾਈਨਸ ਹੋ ਜਾਣਗੀਆਂ ਆਪਣੀ ਕੰਟਰੀ ਦੇ ਵਿੱਚ। ਇੱਕ ਤਾਂ ਵਿਸਤਾਰਾ 에ਅਰਲਾਈਨ, ਉਹ ਟਾਟਾ ਦੀ ਹੈ। 에ਅਰ ਏਸ਼ੀਆ ਵੀ ਟਾਟਾ ਦੀ ਹੈ। ਸੋ ਹੁਣ 에ਅਰ ਇੰਡੀਆ ਉਹ ਵੀ ਹੁਣ ਟਾਟਾ ਦੀ ਹੋ ਗਈ, ਤੇ ਇਹਦਾ ਜਿਹੜਾ 100% ਸਟੇਕ ਹੈ ਉਹ ਸਾਰਾ ਹੁਣ ਟਾਟਾ ਦੇ ਕੋਲ ਚਲਾ ਗਿਆ। ਇਹਦੀ ਵੈਸੇ ਮੈਂ ਹਿਸਟਰੀ ਤਾਂ ਨਹੀਂ ਲਿਖੀ, ਪਰ ਥੋੜਾ ਬਹੁਤ ਦੱਸ ਦਿੰਦੀ ਹਾਂ ਕਿ ਜਿਹੜੀ ਇੱਕ 에ਅਰ ਇੰਡੀਆ ਸੀਗੀ 1932 ਦੇ ਵਿੱਚ ਇਹਨੂੰ ਟਾਟਾ ਗਰੁੱਪ ਹੀ ਲੈ ਕੇ ਆਇਆ ਸੀ ਇੰਡੀਆ ਦੇ ਵਿੱਚ, ਉਹਨਾਂ ਨੇ ਇੰਟਰੋਡਿਊਸ ਕੀਤੀ ਸੀ। 47 ਦੇ ਵਿੱਚ ਜਦ ਆਪਣੀ ਹੋਈ ਆਜ਼ਾਦੀ ਹੋਈ ਤੇ 에ਅਰ ਇੰਡੀਆ ਨੂੰ ਨੈਸ਼ਨਲਾਈਜ਼ ਕੀਤਾ ਗਿਆ, ਮਤਲਬ ਇਹਦਾ 49% ਜਿਹੜਾ ਸਟੇਕ ਸੀ ਉਹ ਗਵਰਨਮੈਂਟ ਨੇ ਖਰੀਦ ਲਿਆ ਸੀ, ਤੇ ਹੌਲੀ ਹੌਲੀ ਕਰਕੇ ਰਿਮੇਨਿੰਗ ਆਫ ਦਾ ਸਟੇਕ ਵੀ 1953 ਤੱਕ ਗਵਰਨਮੈਂਟ ਨੇ ਹੀ ਖਰੀਦ ਲਿਆ। ਤਦ ਤਾਂ ਉਹ ਬਹੁਤ ਜ਼ਿਆਦਾ ਪ੍ਰੋਫਿਟੇਬਲ ਸੀਗੀ, 10 ਸਾਲ ਉਹਨੇ ਬਹੁਤ ਅੱਛਾ ਕੰਮ ਕੀਤਾ, ਬਟ ਉਸ ਤੋਂ ਬਾਅਦ ਇਹਦਾ ਥੋੜਾ ਡਾਊਨਫਾਲ ਸਟਾਰਟ ਹੋ ਗਿਆ। ਬੇਸਿਕਲੀ ਇਕਨੋਮਿਕ ਲਿਬਰਲਾਈਜੇਸ਼ਨ ਜਦ ਹੋਈ, ਉਸ ਤੋਂ ਬਾਅਦ ਇਹਦਾ ਡਾਊਨਫਾਲ ਹੁੰਦਾ ਗਿਆ। ਪਲੱਸ ਜਿਹੜੀ ਆਪਣੀ ਪ੍ਰਾਈਵੇਟ ਕੰਪਨੀਜ਼ ਵੀ ਮਾਰਕੀਟ ਦੇ ਵਿੱਚ ਆਉਂਦੀਆਂ ਰਹੀਆਂ, ਉਹਦੇ ਕਰਕੇ ਲੌਸਿਸ ਬਹੁਤ ਜ਼ਿਆਦਾ ਹੋ ਰਹੇ ਸੀ। ਤਾਂ ਇਹਨੂੰ ਇੰਡੀਅਨ 에ਅਰਲਾਈਨਸ ਦੇ ਨਾਲ ਇੱਕ ਵਾਰ ਮਰਜ ਵੀ ਕੀਤਾ ਗਿਆ ਸੀ 2007 ਦੇ ਵਿੱਚ, ਬਟ ਦੇਰ ਇਜ਼ ਨੋ ਯੂਜ਼। ਫਿਰ ਉਹ ਤੋਂ ਬਾਅਦ ਇਹਨੂੰ 2 ਵਾਰ ਪਹਿਲਾਂ ਵੀ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ, ਬਟ ਇਹਦੇ ਸਟੇਕਸ ਨਹੀਂ ਵਿਕੇ। ਸੋ ਹੁਣ ਇਹ ਫਾਈਨਲੀ 100% ਸਟੇਕਸ ਤੇ ਟਾਟਾ ਨੇ ਇਹਨੂੰ ਦੁਬਾਰਾ ਲੈ ਲਿਆ। ਨੈਕਸਟ ਆਪਣੇ ਕੋਲ ਹੈਗਾ ਕਿ ਨੈਕਸਟ ਆਹ ਨਿਊਜ਼ ਚੱਲ ਰਹੀ ਹੈ ਅੱਜ ਕੱਲ੍ਹ ਕਿ 85 HIV ਕੇਸਿਸ ਹਾਲੇ ਤੱਕ ਟਰੇਸ ਹੋਏ ਆ ਅਸਾਮ ਜੇਲ੍ਹ ਦੇ ਵਿੱਚ ਵਿਦਨ ਅ ਮੰਥ।
ਸੋ ਆਪਾਂ ਨੂੰ HIV ਬਾਰੇ ਪਤਾ ਹੋਣਾ ਚਾਹੀਦਾ। ਇਹਦੀ ਫੁੱਲ ਫਾਰਮ ਕੀ ਹੈ? ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਦਿਸ ਇਜ਼ ਅ ਵਾਇਰਸ। ਇਹਦੇ ਕਰਕੇ ਇਹਦੀ ਜਿਹੜੀ 4th ਸਟੇਜ ਹੁੰਦੀ ਹੈ, ਅਗਰ ਇੱਕ ਬੰਦਾ ਇਸ ਵਾਇਰਸ ਨਾਲ ਇਨਫੈਕਟ ਹੋ ਜਾਏ, ਉਹਦੇ ਨਾਲ ਫਿਰ 4th ਸਟੇਜ 'ਤੇ ਜਾ ਕੇ ਏਡਸ ਹੋ ਜਾਂਦਾ ਹੈ। ਉਹਦੀ ਫੁੱਲ ਫਾਰਮ ਕੀ ਹੈ? ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਦਿਸ ਇਜ਼ ਐਕਵਾਇਰਡ, AIC, ਸੋ ਥੋੜ੍ਹੀਆਂ ਇੱਥੇ ਗਲਤੀਆਂ। ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ, ਇਹ ਦੋਨਾਂ ਦੀ ਫੁੱਲ ਫਾਰਮਸ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ। ਵਰਲਡ ਏਡਸ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ? 1 December। ਦਿਸ ਇਜ਼ ਆਲ ਫॉर ਟੂਡੇ। ਐਵੇਂ ਹੀ ਆਪਾਂ ਨੈਕਸਟ ਪਰ ਡੇ ਐਵੇਂ ਕਵਰ ਕਰਦੇ ਰਹਾਂਗੇ। ਤੁਸੀਂ ਅਗਰ ਕੋਈ ਵੀ ਇਹਦੇ ਵਿੱਚ ਇੰਪਰੂਵਮੈਂਟ ਚਾਹੁੰਦੇ ਹੋ, ਪਲੀਜ਼ ਲੈਟ ਅਸ ਨੋ। ਮੰਡੇ ਟੂ ਫਰਾਈਡੇ ਇਹਦਾ ਕਵਰੇਜ ਹੋਇਆ ਕਰੂਗਾ। ਡੇਲੀ 8 to 8:30 ਦੇ ਵਿੱਚ ਇਹਦੀ ਵੀਡੀਓ ਅਪਲੋਡ ਹੋ ਜਾਇਆ ਕਰੂਗੀ। ਐਂਡ that's it. Thank you for listening us. Keep supporting us. Thank you so much.